सबसे पहले साजिदा बीबी की ਇਹੋ ਜਿਹਾ ਮਸਲਾ ਸੀ ਜਿਹੜਾ ਤੁਸੀਂ ਆਪਣੇ ਸ਼ੌਹਰ ਨੂੰ ਕਤਲ ਕਰਵਾਤਾ। अच्छी जिंदगी गुजर रही सी जिस तरह में सी पहले सीटा पाना का खोखा से फिर उस तो बाद असी अपने पिंड चले गए वहाँ राधा राम उत्थे फिर जाके जुआ खेड आंदा हुंदा सी। थोड़ी बहुती घर लड़ाई हुंदी सी। मेरी पहले बड़ी बेटी पैदा हुई उस तो बाद बेटा पैदा होया फौत हो गया। उस तो बाद असी इत्थे आ गए लाहौर आ गए। मेरे अम्मी अब्बू इत्थे रहिंदे सी। उत्थों काफ़ी जुआ खेड के वेला हो गया सी। फिर 2-3 महीने मैं अपनी अम्मी दे घर ही रही। मेरे भाई छोटे ने गड्डी लई मेरा बनवई बाहर गया होया सी। उन्हें गड्डी टोयोटा लैके दित्ती। ਉਹਨੂੰ ਕਹਿੰਦਾ ਆਂਦਾ ਤੂੰ ਗੱਡੀ ਮੈਨੂੰ ਦੇ ਦੇ ਤੇ ਮੈਂ ਰੋਲਾ ਬਣ ਗਿਆ ਨਾ ਕਿ ਗਰੀਬ ਬੰਦੇ ਸੀ ਤੇ ਰੋਲਾ ਬਣ ਗਿਆ। ਉਹਨਾਂ ਨੇ ਗੱਡੀ ਨਾ ਦਿੱਤੀ। ਮੇਰੇ ਭਾਈ ਨੂੰ ਕਹਿੰਦਾ ਮੈਨੂੰ ਗੱਡੀ ਦੇ ਦੇ ਤੈਨੂੰ ਮੈਂ ਆਪਣੇ ਨਾਂ ਕਰਾ ਦੇਣਾ ਤੈਨੂੰ ਤੇ ਤੈਨੂੰ ਕਿਸ਼ਤ ਜ਼ਿਆਦਾ ਲੈਂਦੇ ਨੇ ਤੇ ਮੇਰੇ ਕੋਲੋਂ ਘੱਟ ਲੈਂਦੇ ਨੇ। ਮੇਰੇ ਭਾਈ ਨੇ ਗੱਡੀ ਦੇ ਦਿੱਤੀ। ਉਸ ਤੋਂ ਬਾਅਦ ਫਿਰ ਇਹਨੇ ਇੱਥੇ ਆ ਕੇ ਤੇ 2 ਨੰਬਰ ਧੰਦੇ ਤੇ ਲੱਗ ਗਿਆ। 2 ਔਰਤਾਂ ਸੀ ਇਹਦੇ ਨਾਲ ਹਾਲੇ ਵੀ ਹੈ ਨੇ। ਇੱਕ ਦਾ ਬੁਸ਼ਰਾ ਨਾਮ ਹੈ ਭਾਈ ਉਸ ਦਿਨ ਪੁੱਛਦੇ ਸੀ। ਇੱਕ ਦਾ ਨਾਂ ਸੂਰਾ ਹੈ। ਉਹਦੇ ਨਾਲ 2 ਨੰਬਰ ਧੰਦਾ ਕਰਦਾ ਰਿਹਾ ਔਰਤਾਂ ਚਲਾਉਂਦਾ ਰਿਹਾ ਸ਼ਰਾਬ ਪੀਣ ਲੱਗ ਗਿਆ। ਉਸ ਤੋਂ ਬਾਅਦ ਮੇਰੀਆਂ 3 ਬੇਟੀਆਂ ਆਈਆਂ। ਇਹਨੇ ਕਿਹਾ ਤੇਰੇ ਬੇਟਾ ਨਹੀਂ ਹੋਣਾ। ਬਾਅਦ ਤੇ ਇਹਦੇ ਨਾਲ ਸ਼ਾਦੀ ਕਰ ਲਈ। ਕਿਹਦੇ ਨਾਲ ਸ਼ਾਦੀ ਕਰ ਲਈ? ਹਸਨਾ ਨਾਲ दूसरी भी। ਕਦੋਂ ਕਿੰਨੇ ਸਾਲ ਬਾਅਦ ਕੀਤੀ? ਮੇਰੀਆਂ 3 ਬੇਟੀਆਂ ਸੀ। 3 ਬੇਟੀਆਂ ਸੀ। ਹਾਂਜੀ ਤਕਰੀਬਨ 5 ਸਾਲ ਬਾਅਦ 10 ਸਾਲ ਬਾਅਦ ਨਹੀਂ 10 ਸਾਲ ਬਾਅਦ। 10 ਸਾਲ ਬਾਅਦ ਵੱਡੀ ਬੇਟੀ ਮੇਰੀ ਹੈਗੀ ਸੀ 6 ਸਾਲ ਦੀ ਹੈਗੀ ਸੀ 3 ਸਾਲ ਦੀ। ਜੋ ਸਭ ਤੋਂ ਛੋਟੀ ਬੇਟੀ ਸੀ ਮੇਰੀ ਹੈਗੀ ਸੀ 6 ਮਹੀਨੇ ਦੀ। ਅੱਛਾ ਉਹ ਹਸਨਾ ਵੀ ਕੋਈ ਖਤੂਨ ਖਰਾਬ ਖਤੂਨ ਸੀ? ਅਸਮਿਆ ਨਹੀਂ ਉਹਨੂੰ ਜਾਣਦੀ ਖਰਾਬ ਹੈ ਜਾਂ ਅੱਛੀ ਅੱਲਾ ਬਿਹਤਰ ਜਾਣਦਾ ਹੈ। ਅੱਛਾ ਉਹਦੇ ਨਾਲ ਸ਼ਾਦੀ ਕਰ ਲਈ। ਉਹਦੇ ਨਾਲ ਸ਼ਾਦੀ ਕਰ ਲਈ। ਫਿਰ ਕੀ ਹੋਇਆ? ਫਿਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਉਹਨੇ ਮੇਰੇ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਇੰਨਾ ਉਹਨੇ ਮੈਨੂੰ ਮਾਰਨਾ ਜ਼ੁਲਮ ਕਰਨੇ ਘਰ 'ਚ ਔਰਤਾਂ ਲਿਆਉਣੀਆਂ ਜੂਏ ਖੇਡਣੇ ਘਰ ਉਹਨੇ ਨਜਾਇਜ਼ ਕੰਮ ਕਰਨੇ। ਮੈਂ ਉਹਨੂੰ ਮਨਾ ਕਰਨਾ ਕਿ ਨਾ ਘਰ ਕਿਸੇ ਔਰਤ ਨੂੰ ਲੈ ਕੇ ਆ। ਉਹ ਨਹੀਂ ਸੀ ਮਨਾ ਹੁੰਦਾ। ਮੈਂ ਬਹੁਤ ਔਰਤਾਂ ਪਿੱਛੇ ਵੀ ਮਾਰ ਖਾਦੀ। ਜਿੰਨੇ ਆਣਾ ਖਾਣਾ ਬਣਾ ਕੇ ਦੇਣਾ ਇਹਦੇ ਦੋਸਤਾਂ ਨੇ ਆਣਾ ਖਾਣੇ ਬਣਾ ਕੇ ਦੇਣੇ। ਉਸ ਤੋਂ ਬਾਅਦ ਮੇਰੀਆਂ ਬੇਟੀਆਂ ਜਵਾਨ ਹੋ ਗਈਆਂ। ਇਹ ਖਾਣੇ ਖੁਣੇ ਉਹਨੂੰ ਬਣਾ ਕੇ ਦੇਣ ਲੱਗ ਗਈਆਂ ਕਿ ਇੱਥੋਂ ਤੱਕ ਕੇ ਉਹਨੇ ਮੈਨੂੰ ਲੋਹੇ ਦੀਆਂ ਪੈਪਾਂ ਨਾਲ ਵੀ ਮੈਨੂੰ ਮਾਰਿਆ ਆ। ਮੇਰੇ ਜਿਸਮ ਮੈਂ ਦੇਖ ਰਿਹਾ ਜੇ ਪੈਰਾਂ ਮੇਰਿਆਂ ਤੋਂ ਖਲੋਤਾ ਨਹੀਂ ਜਾ ਰਿਹਾ। ਉਹਦੇ ਮਾਰਾ ਦੇ ਨੇ ਮੇਰੀਆਂ ਹੱਡੀਆਂ ਟੁੱਟੀਆਂ ਹੋਈਆਂ ਨੇ। ਮੇਰੇ ਹੱਥ ਪੈਰ ਸੁੱਜ ਜਾਂਦੇ ਸੀ। ਬੱਚੀਆਂ ਤੇ ਜ਼ੁਲਮ ਕਰਨ ਲੱਗ ਗਿਆ। ਮੇਰੇ ਬੇਟਿਆਂ ਤੇ ਜ਼ੁਲਮ ਕਰਨ ਲੱਗ ਗਿਆ। ਬੇਟੇ ਵੀ ਹੈ ਤੁਹਾਡੇ? ਕਿੰਨੇ? 3 ਮੇਰੇ ਬੇਟੇ ਨੇ। ਅੱਛਾ ਉਹਨਾਂ ਤੇ ਇਹਨਾਂ ਨਾਲ ਜ਼ੁਲਮ ਕਰਦਾ ਸੀ। ਮੇਰੀਆਂ ਬੇਟੀਆਂ ਤੇ ਜ਼ੁਲਮ ਕਰਦਾ ਸੀ। ਕਿਉਂ ਜ਼ੁਲਮ ਕਰਦਾ ਸੀ? ਕੀ ਵਜ੍ਹਾ ਸੀ? ਛੋਟੀ ਗੱਲ ਤੋਂ ਗਲਾਸ ਕਿਉਂ ਟੁੱਟਾ ਹੈ ਕੱਪ ਕਿਉਂ ਟੁੱਟਾ ਹੈ ਤੁਸੀਂ ਲੇਟ ਕਿਉਂ ਉੱਠੇ ਜੇ ਤੁਸੀਂ ਅੱਜ ਦਾਲ ਕਿਉਂ ਬਣਾਈਏ ਤੁਸੀਂ ਅੱਜ ਸਬਜ਼ੀ ਕਿਉਂ ਬਣਾਈਏ। ਬਸ ਇੰਨੀ ਗੱਲ ਤੋਂ ਜੇ ਕਿਸੇ ਔਰਤ ਨੇ ਆਣਾ ਹੈ ਤੇ ਮੈਂ ਬੋਲ ਪੈਣਾ ਤੇ ਇਸ ਗੱਲ ਤੋਂ ਮਾਰਨ ਲੱਗ ਜਾਣਾ। ਫਿਰ ਬੇਟੀਆਂ ਤੇ ਵੀ ਜ਼ੁਲਮ ਕਰਨ ਲੱਗ ਗਿਆ। ਬੇਟੀਆਂ ਤੇ ਕਿਉਂ ਜ਼ੁਲਮ ਕਰਦਾ ਸੀ? ਬੇਟੀਆਂ ਨੇ ਵੀ ਜਲਦੀ ਨਹੀਂ ਸੀ ਉੱਠਦੀਆਂ ਨਮਾਜ਼ ਦੀ ਵਜ੍ਹਾ ਤੋਂ ਕਹਿਣਾ ਕਿ ਤੁਸੀਂ ਨਹੀਂ ਜੇ ਜਲਦੀ ਉੱਠੀਆਂ ਨਮਾਜ਼ ਨਹੀਂ ਪੜ੍ਹੀ ਜਾਂ ਤੁਸੀਂ ਸਕੂਲੋਂ ਕਿਉਂ ਛੁੱਟੀ ਕਰ ਲਈਆਂ ਜੇ ਸਕੂਲ ਜਾਂਦੀਆਂ ਸੀ ਸਕੂਲ ਵੀ ਨਹੀਂ ਸੀ ਜਾਣ ਦਿੰਦਾ। ਜੇ ਮੇਰੇ ਨਾਲ ਲੜ ਪੈਣਾ ਤੇ ਫਿਰ ਸਭ ਨੂੰ ਮਾਰਨਾ। ਇੱਕ ਉਹਨੇ ਪੈਪ ਰੱਖਿਆ ਹੋਇਆ ਸੀ ਬੈਰੰਗ ਵਾਲਾ ਉਹਦੇ ਨਾਲ ਉਹਨੇ ਸਾਡੇ ਕੋਲ ਕੋਈ ਗਲਤੀ ਹੋਣੀ ਹੈ ਤੇ ਤਾਂ ਵੀ ਉਹਨੇ ਸਾਨੂੰ ਮਾਰਨਾ ਹੈ। ਇੱਕ ਕੋਲੋਂ ਗਲਤੀ ਹੋਣੀ ਹੈ ਤੇ ਸਾਰਿਆਂ ਨੂੰ ਉਹਨੇ ਮਾਰਨਾ। ਮੇਰੇ ਕੋਲੋਂ ਗਲਤੀ ਹੋਣੀ ਤੇ ਨਾਲ ਹੀ ਮੇਰੇ ਬੱਚਿਆਂ ਨੂੰ ਮਾਰ ਪੈਣੀ। ਬੱਚਿਆਂ ਕੋਲੋਂ ਗਲਤੀ ਹੋਣੀ ਹੈ ਤੇ ਨਾਲ ਹੀ ਮੈਨੂੰ ਉਹਨੇ ਮਾਰਨਾ ਹੈ। ਵਾਹ ਮਤਲਬ ਤੁਹਾਨੂੰ ਟਾਰਚਰ ਕਰਦਾ ਰਿਹਾ ਸਾਰੀ ਜ਼ਿੰਦਗੀ। ਕਦੀ ਕੋਈ ਘਰ ਕੌਣ ਚਲਾਉਂਦਾ ਸੀ? ਘਰ ਉਹੀ ਚਲਾਉਂਦੇ ਸੀ। ਉਹੀ ਚਲਾਉਂਦਾ ਸੀ? ਹਾਂਜੀ। ਕਮਾ ਕੇ ਵੀ ਉਹੀ ਲਿਆਂਦਾ ਸੀ ਤੇ ਜ਼ਿਆਦਾ ਬਹੁਤ ਤੰਗੀ ਦੇਣ ਲੱਗ ਕੇ ਇੱਕ ਦਫਾ ਇਹਨੇ ਮੇਰਾ ਸਾਰਾ ਖਰਚਾ ਬੰਦ ਕਰ ਦਿੱਤਾ। ਫਿਰ ਇਹਦੇ ਮੈਂ ਭਾਂਜੇ ਨੂੰ ਫੋਨ ਕੀਤਾ। ਮੈਂ ਕਿਹਾ ਅਬਦਾ 3 ਦਿਨ ਹੋ ਗਏ ਨੇ ਅਸੀਂ ਰੋਟੀ ਵੀ ਨਹੀਂ ਖਾਈ। ਉਹਨੇ ਫਿਰ ਮੈਨੂੰ 2000 ਰੁਪਇਆ ਈਜ਼ੀ ਕਰਾਇਆ ਤੇ ਮੈਂ ਬੱਚਿਆਂ ਨੂੰ ਰੋਟੀ ਮੰਗਾ ਕੇ ਦਿੱਤੀ। ਕੀ ਕਰਦਾ ਕੀ ਸੀ? 2 ਨੰਬਰ ਧੰਦਾ ਕਰਦਾ ਸੀ। ਔਰਤਾਂ ਚਲਾਉਂਦਾ ਸੀ। ਕਿੱਧਰ? ਬੁੱਢੀਆਂ ਸਪਲਾਈ ਕਰਦਾ ਸੀ। ਕਿਹੜੀ ਜਗ੍ਹਾ ਤੇ? ਆਪਣੇ ਘਰ ਹੀ ਲਿਆਂਦਾ ਹੁੰਦਾ ਸੀ ਤੇ ਘਰੋਂ ਹੀ ਕਰਦਾ ਹੁੰਦਾ ਸੀ। ਤੁਹਾਡੇ ਘਰ? ਹਾਂਜੀ। ਉੱਤੇ ਉਹਨੇ ਆਪਣਾ ਲਹਿਦਾ ਘਰ ਬਣਾਇਆ ਹੋਇਆ। ਜਿੱਥੇ ਮੈਂ ਰਹਿੰਦੀ ਹਾਂ ਨਾ ਤਾਂ ਉੱਥੇ ਉਹਨੇ ਇਸ ਤਰ੍ਹਾਂ ਕਿ ਜਿਵੇਂ ਖੋਤੇ ਘੋੜੇ ਬੰਨਣ ਵਾਲਾ ਕਮਰਾ ਹੁੰਦਾ। ਨਾ ਮੇਰੇ ਪਿਛਲੇ ਕਮਰੇ ਨੂੰ ਦਰਵਾਜ਼ਾ ਹੈ ਨਾ ਅਗਲੇ ਕਮਰੇ ਨੂੰ ਦਰਵਾਜ਼ਾ। ਮੇਰੇ ਵਾਸ਼ਰੂਮ ਵਿੱਚ ਪਾਣੀ ਤਿੱਕਰ ਨਹੀਂ। ਮੈਂ ਉਸ ਘਰ ਵਿੱਚ ਗੁਜ਼ਾਰਾ ਕੀਤਾ ਕਿ ਮੇਰੀਆਂ ਬੱਚੀਆਂ ਤੇ ਜਦੋਂ ਦੇ ਜ਼ੁਲਮ ਹੋਣੇ ਸ਼ੁਰੂ ਹੋਏ ਨੇ ਨਾ ਫਿਰ ਮੈਂ ਬਰਦਾਸ਼ਤ ਨਹੀਂ ਕੀਤਾ। ਅੱਛਾ ਸਾਜਦਾ ਬੀਬੀ ਉਹ ਨੌਬਤ ਕਿੰਜ ਆਈ ਕਿ ਕਤਲ ਕਰਵਾਉਣਾ ਪੈ ਗਿਆ ਆਪਣਾ ਬੰਦਾ ਉਹ ਦੱਸੋ। ਮਜਬੂਰੀ ਨਾਲ। ਹਾਂ ਉਹ ਮਜਬੂਰੀ ਕੀ ਸੀ ਤੇ ਕਿਸ ਤਰੀਕੇ ਨਾਲ ਪਲੈਨਿੰਗ ਕੀਤੀ ਫਿਰ ਉਹ ਮਜਬੂਰੀ ਤੋਂ ਬਾਅਦ? ਪਲੈਨਿੰਗ ਮੈਂ ਕੋਈ ਨਹੀਂ ਕੀਤੀ। ਅੱਛਾ ਪਲੈਨਿੰਗ ਨਹੀਂ ਕੀਤੀ ਫਿਰ ਕਤਲ ਕਿੰਜ ਹੋ ਗਿਆ? ਅੱਗੇ ਬੱਚਿਆਂ ਨੂੰ ਪਤਾ ਇਹਨੇ ਸਹਿਰਾ ਨੇ ਫਿਰ ਮੈਨੂੰ ਜਦੋਂ ਮਾਰਿਆ ਕੁੱਟਿਆ ਬਹੁਤ ਜ਼ਿਆਦਾ ਇਹਦੇ ਨਾਲ ਜ਼ੁਲਮ ਕਰਦਾ। ਅੱਛਾ 25 ਸਾਲ ਤੱਕ ਚਲੋ ਠੀਕ ਹੈ ਤੁਹਾਨੂੰ ਕਤਲ ਦਾ ਵੀ ਨਹੀਂ ਪਤਾ ਪਲੈਨਿੰਗ ਦਾ ਵੀ ਨਹੀਂ ਪਤਾ ਪੜ੍ਹੇ ਲਿਖੇ ਵੀ ਨਹੀਂ ਹੋ ਬਾਕੀ ਤੁਸੀਂ ਦਾਸਤਾਨ ਅੱਛੀ ਸੁਣਾਈ ਹੈ। 25 ਸਾਲ ਤੱਕ ਉਸ ਬੰਦੇ ਨੇ
ਜ਼ਿੰਦਗੀ ਤੁਹਾਡੀ ਅਜ਼ਾਬ ਬਣਾਈ ਸੀ। ਹਾਂਜੀ। ਉਹ ਸਭ ਕੁਝ ਦੱਸਿਆ, ਲੱਤ ਵੀ ਵਿਖਾਈ ਹੈ ਤੁਸੀਂ ਹੁਣੀ ਜਲੀ ਹੋਈ, ਟੌਰਚਰ ਕਰਦਾ ਰਿਹਾ ਤੁਹਾਨੂੰ, ਸਭ ਕੁਝ ਯਾਦ ਹੈ। 35 ਸਾਲ ਪੁਰਾਣਾ ਵੀ। ਨਹੀਂ, ਮੈਨੂੰ ਉਹਨੇ ਪੈਪਾਂ ਨਾਲ ਮਾਰਿਆ। ਅੱਛਾ, ਪੈਪਾਂ ਦੇ ਨਾਲ ਮਾਰਿਆ, ਜ਼ੁਲਮ ਦੀ ਇੰਤਹਾ ਕਰਤੀ ਕਦੀ ਜ਼ਿੰਦਗੀ 'ਚ? ਹਾਂਜੀ। ਪੁਲਿਸ ਕੋਲ ਦਰਖਾਸਤ ਦਿੱਤੀ? ਨਹੀਂ, ਕੋਸ਼ਿਸ਼ ਬੜੀ ਦਫਾ ਕਰਦੀ ਸਾਂ ਅਸੀਂ, ਜਾ ਚਲੀ ਜਾ ਪੁਲਿਸ ਕੋਲ, ਮੇਰਾ ਕੀ ਕਰ ਲੈਂਦੇ। ਅੱਛਾ, ਉਹ ਦਰਖਾਸਤ ਨਹੀਂ ਦਿੱਤੀ। ਹਾਂਜੀ। ਆਪਣੇ ਬੱਚਿਆਂ ਨੂੰ, ਇਹ ਜਿਹੜੇ 6 ਬੱਚੇ ਪੈਦਾ ਕੀਤੇ, ਹਾਂਜੀ। ਮਾਸ਼ਾਅੱਲਾ, ਅੱਛੀ ਤਰਬੀਅਤ ਦਿੱਤੀ ਉਹਨਾਂ ਨੂੰ, ਬਹੁਤ ਅੱਛੀ ਤਰਬੀਅਤ ਦੇ ਰਹੇ ਹੋ ਤੁਸੀਂ ਉਹਨਾਂ ਨੂੰ। ਨਹੀਂ ਭਾਈ, ਮੇਰਾ ਮੁਤਮਿਨ? ਤੇ ਕਰ ਹੱਥ ਤੇ ਨਹੀਂ ਸੀ। ਕਤਲ ਕਰਵਾਇਆ ਉਹਨਾਂ ਕੋਲ, ਉਹਨਾਂ ਦੇ ਪਿਓ ਨੂੰ ਦਰਖਾਸਤ ਦੇਣ ਦਾ ਜਾਂ ਉਹਨੂੰ ਫੜਵਾਉਣ ਦਾ ਕਦੀ ਨਹੀਂ ਸੋਚਿਆ? ਤੁਸੀਂ ਇੰਨੇ ਮਜ਼ਲੂਮ ਰਹੇ ਹੋ, ਸਿੱਧਾ ਕਤਲ ਦੀ ਵਾਰਦਾਤ ਦੇ ਉੱਤੇ ਆਏ। ਹਾਂ। ਅਗਰ ਉਹ ਜ਼ੁਲਮ ਕਰਦਾ ਸੀ ਤੇ ਕਤਲ ਕੀਤਾ, ਹਾਂਜੀ। ਹੋਰ ਕੁਝ ਨਹੀਂ ਕੀਤਾ? ਨਹੀਂ, ਹੋਰ ਕੁਛ ਨਹੀਂ ਕੀਤਾ। ਹੋਰ ਕਦੀ ਜ਼ਿੰਦਗੀ 'ਚ ਕੋਸ਼ਿਸ਼ ਨਹੀਂ ਕੀਤੀ? ਤੇ ਹੁਣ ਇਹ ਬੱਚਿਆਂ ਦਾ ਫਿਊਚਰ ਕੀ ਵੇਖਦੇ ਹੋ? ਐਡੇ ਵੱਡੇ ਕਾਰਨਾਮਾ ਸਰ ਅੰਜਾਮ ਦੇਣ ਤੋਂ ਬਾਅਦ 25 ਸਾਲ ਤੱਕ ਇੱਕ ਬੰਦੇ ਨਾਲ ਜ਼ਿੰਦਗੀ ਗੁਜ਼ਾਰੀ ਤੁਸੀਂ, ਹਾਂਜੀ ਵੀਰੇ। ਠੀਕ ਹੈ, ਔਰ ਤੇਜ਼ ਵੀ ਤੁਸੀਂ ਕਾਫੀ ਹੋ, ਸ਼ਾਤਰ ਵੀ ਹੋ, ਤੇ ਕੀ ਵੇਖਦੇ ਹੋ ਤੇ ਤੁਸੀਂ? ਇਸ ਚਾਤਰ ਹੁੰਦੇ ਤੇ ਫਿਰ ਐਡਾ ਵੱਡਾ ਕਦਮ ਚੁੱਕ ਜਾਂਦੇ। ਸਾਨੂੰ ਸਾਰੀ ਜ਼ਿੰਦਗੀ ਬਾਹਰ ਨਿਕਲਣ ਹੀ ਨਹੀਂ ਦਿੱਤਾ, ਸਾਨੂੰ ਬਾਹਰ ਦੇ ਹਾਲਾਤਾਂ ਦਾ ਪਤਾ ਹੀ ਨਹੀਂ ਲੱਗਾ। ਅੱਛਾ, ਕਤਲ ਦੀ ਵਾਰਦਾਤ ਤੋਂ ਬਾਅਦ ਗ੍ਰਿਫਤਾਰੀ ਦੇ ਦਿੱਤੀ ਸੀ ਥਾਣੇ ਆ ਕੇ ਨਹੀਂ। ਉਸੇ ਟਾਈਮ? ਨਹੀਂ, ਤੇ ਫਿਰ ਕੀ ਸੋਚਿਆ ਸੀ ਉਸ ਤੋਂ ਬਾਅਦ ਕੀ ਹੋਏਗਾ? ਪਤਾ ਨਹੀਂ, ਫਿਰ ਕੋਈ ਸਮਝ ਹੀ ਨਹੀਂ ਸੀ ਆਂਦੀ ਕਿ ਹੁਣ ਅੱਗੇ ਕੀ ਹੋਏਗਾ। चलो फिर पीछे हो थोड़ा जिया, आगे आ जाने। नाजरीन, ये वो बेटी है जिसने अपने बाप को कत्ल करवाया। कौन सी ऐसी वजूहात थी कि बाप को कत्ल करवाना पड़ गया? क्या क्या करता था वालिद? जुल्म करते थे, हम सब पर ज़्यादतियाँ करते थे। छोटे छोटे भाई हैं, उनके साथ जुल्म ज़्यादतियाँ, हमारे साथ जुल्म ज़्यादतियाँ, हमारी माँ के साथ। तंग आ गए थे हम, लेकिन हमने सब कुछ बर्दाश्त किया है। लेकिन पढ़ते हो आप? जी, कौन सी क्लास? 10th में। 10th में पढ़ते हो? कितनी उम्र है? 16 साल। 16 साल। 16 साल। कब से जुल्म देख रही हो वालिद के? जब से होश संभालिया तब से ही, उससे पहले भी हम छोटे छोटे थे तब से हमारी माँ पे जुल्म हो रहे हैं। माँ पे जुल्म होते थे? क्या, किस तरह से होते थे, किन वजूहात पे होते थे, क्या क्या देखा है? घर में औरतें आती थी, अम्मी मना करती थी कि औरतें ना लेके आओ, बेटियां ये वो, तो इस वजह से मारते थे। कहते थे चल तू भी मेरे नाल कम कर, अच्छा अपना कमाना है ते अपना खाना है, अपनी बेटियां भी करवा, खुद भी कर। अच्छा, ठीक है। वो आपके सामने ये कहते थे आपके वालिद? जी। फिर? मेरे भाइयों को भी कहते थे अपनी बहनों को ले जाओ, उनके साथ उनसे ये करवाओ। साफ बातें करते थे, सीधी बातें करते थे। भाई कितनी साल के हैं आपके? एक मेरा भाई 11 साल का है, एक भाई 9 साल का, एक 7 साल का है। ये 7 साल, 11 साल, 9 साल के बच्चों को इस तरह पता होता है कि वो क्या काम हो रहे हैं मार्केट में, क्या उनके वालिद कह रहे हैं, मैसेज दे रहे हैं, पता होता है? पता तो नहीं होता, लेकिन उन्होंने बच्चों को सारा कुछ बता दिया था। ये ऐसे है, ये ऐसे है। जब औरतें लेके आते थे अपने कमरे में ले जाते थे, छोटे भाई को बाहर बिठाते थे। अच्छा, औरतें लेके जाते थे, कमरे में ले जाते थे, अकेले जाते थे औरतों के साथ? अकेले जाते थे। ठीक है। आपकी वालदा मोहतरमा जो साजिदा बीबी हैं, वो तो कहती हैं कि वो औरतों से गलत काम करवाते थे। करवाते थे, सबको पता है, पूरे मोहल्ले नहीं, को वो पता है। करवाते थे, खुद अकेले जाके कैसे करवाया जा सकता है किसी से गलत काम? खुद भी करते थे, करवाते भी थे, अपने दोस्तों को भी ऊपर लेके आते थे, अच्छा। और साथ औरतों को भी बुला लेते थे। लास्ट टाइम कौन सा बड़ा जुल्म हुआ जिससे आप दिल बर्दाश्त हो गई, वो वाला बयान करें सारा किस्सा। शराब पी के उन्होंने मेरे साथ बदतमीजी करने की कोशिश की थी, तो क्या किया था? ज़बरदस्ती करने की कोशिश की थी उन्होंने मेरे साथ। मुझे उन्होंने ऊपर अपने कमरे में बुलाया था कि बालों को कलर कर दो। मैं उनके कमरे में गई थी, भाई छोटा साथ था, उन्होंने भाई को भेज दिया था। उसके बाद मेरे साथ बदतमीजी करने की कोशिश की। फिर मैंने अपनी अम्मी को बताया, 1 दफ़ा 2-3 दफ़ा इससे पहले भी उन्होंने ऐसा किया है। और ये मेरा कज़न है, ये इधर रहते थे, हमारी जान छुड़वा दो। नहीं नहीं, वो बदतमीजी के दौरान क्या किया आपने, किस तरह से उन्हें मना किया, क्या किया वो बात? इन्होंने आके छुड़वाया, अच्छा, फोन किया? फ़ोन किया। अब वो बदतमीजी कर रहे थे आपके साथ, आपके बाद? जी। और आपने फोन मिला दिया? नहीं, हाँ। फ़ोन तो है ही नहीं था मेरे पास तब। फिर वो हुआ क्या, वही तो तो बाद पूछ में रहा अम्मी आई थी ऊपर। हूँ। अच्छा, आवाजें सुन के जी। आपने चीखना शुरू कर दिया? नहीं, हाँ। मैं बाहर की तरफ भागी, ऊपर से अम्मी आ गए थे। अच्छा, फिर अपने अम्मी को भी मारा था कि तू ऊपर क्यों आई है मेरी इजाज़त के बगैर। अच्छा। जी। अपने जालिम बाप से जान छुड़ाने के लिए क्या किया? हमने एक स्टाम्प पेपर लिया जिससे अम्मी के अंगूठे वगैरह लगवा लिए। बिल्कुल एम्प्टी था, ऊपर कुछ भी नहीं लिखा था। तो फिर मैंने इन्हें दे दिया, मैंने कहा ठीक है कर दो, सारे साथ ही हैं।
क्या कर दो? मतलब इन्हें कत्ल कर दो। अच्छा ठीक है, फिर क्या कहा आगे से मौजम ने? मौजम ने कहा गलत नहीं है। मैंने कहा नहीं, वो जो करते हैं वो गलत है, वो सही है जो वो करते हैं, जो हम करें वो गलत है। तो फिर ये इन्होंने मेरी बात मान ली। बात मान ली। शादी करना चाहती मौजम से? नहीं, पहले नहीं थे। अच्छा फिर बात मान ली, पिस्टल कैसे ला के दिया मौजम को? कहाँ से, कैसे बुलाया? वारदात कैसे सर अंजाम दी? कैसे? वालिद घर ही था जिस दिन मर्डर हुआ? नहीं, किधर था? पेशावर था? हमने दूसरी बेगम को छोड़ने गए थे उसके घर। कहाँ से छोड़ने गए थे? हमारे घर से। हाँ तो आपके घर ही हुए ना वो? पहले हमारे घर थे, फिर उसे लेने के लिए गए हैं, फिर लेके आए हैं, फिर दोबारा छोड़ने के लिए गए हैं। अच्छा, उस दौरान आपने मौजम को बुलाया? वो क्या हुआ है वो बताएं, वो क्या किया? मैंने उन्हें पिस्टल दे दिया मौजम को। और क्या कहा? मैंने कहा कि जब भी ये छोड़ के जाएंगे तो छोड़ के वापस आ रहे होंगे तब मारते ना। ठीक है, फिर वैसे ही हुआ? वैसा ही हुआ। फिर गोली मारने के बाद मौजम ने फोन किया? नहीं, घर में पता चल गया था, साथ ही आदमी आगे थे बताने के लिए। अच्छा, उसके बाद क्या किया? कुछ नहीं, पछतावा हुआ, रोए बहुत। रोए? क्यों रोए? इतने जालिम बाप के मरने पर कौन रोता है? जैसे भी थे हैं? जैसे भी थे, उन्होंने जो गलतियां की हमने उन्हें सजा दी, अब जो हमने गलती की अब उसकी सजा हम लेंगे। तो पहले नहीं ये ख्याल आया? आप बड़ी हो सबसे? नहीं, बड़ी से छोटी हूँ। बड़ी से छोटी हो। बाकी बच्चों का क्या मुस्तकबिल देखते हो? अपनी वालदा, जो आपकी वालदा जिसने ये सारा काम करने पर मजबूर किया, जुल्म कर... मजबूर किया, खुद ही किया आपने? खुद ही किया मैंने। वो स्टाम्प पे अंगूठे लगाए हैं कि मार दो? मैंने लगवाए थे इन सब एम्प्टी स्टाम्प पे। राजी हो गए? इन्हें नहीं पता था, इन्हें बाद में बताया था। अच्छा, सो कत्ल का प्लान कैसे आया दिमाग में, जेहन में कैसे आई, बात कैसे आई कि कत्ल करवा देते हैं? कोई और तरीका ही नहीं था जान छुड़वाने का। जान नहीं छूट रही थी? जान नहीं छूट रही थी। तो वालदा को लेते, बच्चों को लेते, सारे बहन भाइयों को इकट्ठा करके तो उसे छोड़ देती, वालदा को कहती छोड़ दो इसे। काफ़ी दफ़ा कोशिश की थी, ना जीने देते थे, ना मरने देते थे, ना घर में रहने देते थे, ना जाने देते थे। मामू है आपके? जी। उनको कभी बताया? मामू को भी बताया, सबको बताया। मेरे मामू तो इतना डरते हैं उनसे, जब वो उनके घर जाते थे तो बेड के नीचे छुप जाते थे। अच्छा, पुलिस को नहीं बताया कभी इतने बड़े काम के बावजूद? अच्छा, मौजम से शादी से भी इख्तलाफ करते थे आप? शादी करना चाहती थी इससे? नहीं। हाँ, आपको आपकी वालदा साइदा बीबी ने बताया अभी थोड़ी देर पहले बात करते हुए कि वो मारते थे कि नमाज नहीं पढ़ती हैं, तो ये गलत बात है? नहीं। नहीं, वो जो उनकी बीवी है वो हमें सुबह 4 बजे फ़ोन करती थी फुल सर्दी में। कहती थी कि मैं वीडियो कॉल पे पढ़ाऊँगी, तुम लोगों ने ऊपर आ जाना है। वो 3:30 बजे कॉलें करना शुरू कर देती थी। हम लोग अपने टाइम पे उठ के 4 बजे जाते थे। अगर 4 बजे से 5 मिनट लेट हो गए हैं, 10 मिनट लेट हो गए हैं, तो उन्होंने पाइप पकड़ लेना, उसने बोली जाना है, उन्होंने पाइप पकड़ लेना है और 8 बजे तक हमें मुसलसल मारना है। पूरा मोहल्ला हमारी आवाज़ें सुनता था, पूरा मोहल्ला सब कुछ देखता था। किस लिए मारते थे? कि लेट क्यों उठ के आए हो? वजह क्या थी? किस तालीम के लिए? कुरान पाक की तालीम के लिए? तो कुरान पाक की तालीम नहीं लेनी चाहिए? लेनी चाहिए, हमने कब कहा कि नहीं लेनी चाहिए। 16 साल की उम्र में इतनी सफाकियत, इतना कुछ, कैसे कोई फिल्म देखी, किससे इम्प्रेस हुए, कैसे पता लगा कि बाप को कत्ल करवा के जान छूट सकती है? आइडिया कहाँ से आया? बस ऐसे जहन में आ गया। ऐसे जहन में आ गया। अब क्या करोगे जेल में जाके? कुछ नहीं करते। कत्ल करने के बाद क्या करना था? खुद मुद्दई बनना था आपकी वालदा ने और बाद में माफ कर देना था इसे, मौजम को? हाँ, मुद्दई बनना होता फौरन बन जाते, बनना ही नहीं कोई। तो फिर क्या करना क्या था? इसके बाद क्या सोचा हुआ? बाद का हमने कुछ भी नहीं सोचा था, क्या होगा क्या नहीं, क्योंकि हमें पता ही नहीं था। खुश हुए, मुबारकबाद दी एक दूसरे को कत्ल करवाने के बाद? नहीं।
अफसोस हुआ था। अफसोस हुआ था। अब मैसेज दो, आपको जो खवातीन देख रही होंगी, कई के बाप मारते होंगे लड़कियों को कि कुरान पाक नहीं पढ़ते, तालीम नहीं लेते, ये वो, ये तो आपके इल्ज़ाम है ना? इल्ज़ाम आपकी नहीं है। वालदा के भी इल्ज़ाम है, क्योंकि वो कोई बात बता ही नहीं सकी। वो कह रही है 25 साल से जुल्म होता